जे इदां दी गल है कि तुसीं सारे अलग-अलग हो तां बहुत माड़ी गल है। जिद्दे मैं सनी बाई नाल आके खड़ गया सी लिहाज ही पुगाई सी ना उत्ते मेरे अज तक सवाल करते हो, अज तक मैनू मेरे ते इल्जाम लाने हो। जे मैं हुण सच लई खड़ा लोकां लई खड़ा ते तुसीं कहो जिद्दी आ। दो दिनां दी गल करिए तां कुछ इहो जिहियां गल्लां चल रहीआं ने कि आपस दे विच जिहड़े क्लैश हो गए। कुछ मीडिया हाउसिस वालों यही खबरां भी आ रहीआं ने कि अज धरने दौरान दीप सिद्धू दी कुछ मुंडियां दे नाल झड़प भी हुई है, भी मुंडे कहंदे सी रस्ता रोकना ते इन्हां ने रोकण नहीं दित्ता। ना तां असीं अलग-अलग आ, विचारां दे वखरेविਆਂ ਨੂੰ अलग-अलग नहीं कहा जा सकता। ਪਹਿਲਾਂ ਤੇ ਇਸ ਧਰਨੇ 'ਚ ਬਹੁਤ ਫਰਕ ਸੀ। ਅੱਜ ਦਾ ਇਕੱਠ ਜਿਹੜਾ ਸੀ ਉਹਦੇ 'ਚ ਜਜ਼ਬਾ ਪਹਿਲਾਂ ਨਾਲੋਂ ਜ਼ਿਆਦਾ ਸੀ। ਮਜਬੂਰੀਆਂ ਹੁੰਦੀਆਂ ਬਾਕੀ ਬੰਦਿਆਂ ਦੀਆਂ, ਮਜਬੂਰੀਆਂ ਕੀ ਹੁੰਦੀਆਂ ਜ਼ੁਬਾਨਾਂ ਦੇ ਹੀ ਬੈਠੇ ਹੁੰਦੇ ਆ। ਇਸ ਕਰਕੇ ਇਹ ਨਹੀਂ ਆ ਵੀ ਅਲੱਗ-ਅਲੱਗ ਆ। ਜੇ ਕੋਈ ਕਹਿ ਰਿਹਾ ਬਾਈਕਾਟ ਦੀਪ ਸਿੱਧੂ ਤਾਂ ਮੈਂ ਉਹਨੂੰ ਵੀ ਮਾਣ ਸਨਮਾਨ ਦਿੰਦਾ। शंभू टोल प्लाजे ते मौजूद आ सी अज इत्थे 4 तरीक नूं जो दोबारा धरना सीगा जिहड़े संघर्ष लड़ रहे ने दीप सिद्धू होरां वल्लों इत्थे सद्दा दिता गया सी। अज इत्थे शाम का समय हुण इत्थे धरने दे विचों कुछ लोग इत्थे पक्का मोर्चा तो लगेगा, कुछ लोग इत्थे रहणगे। पर अज जिहड़ा समुचे धरने दे विचों जां 2 दिनां दी गल करिए तां कुछ इहो जिहियां गल्लां चल रहीआं ने कि आपस दे विच जिहड़े क्लैश हो गए। दीप सिद्धू साडे नाल ने, इन्हां दे नाम ते ज़्यादा विरोध हो रहा। इन्हां नाल गलबात क्लीयर कर लैंदे हैं, क्लैरिटी लैण दे लई इन्हां कोले असीं पहुंचे हैं भी की मसला असल दे विच की है। कुछ मीडिया हाउसिस वालों यही खबरां भी आ रहीआं ने कि अज धरने दौरान दीप सिद्धू दी कुछ मुंडियां दे नाल झड़प भी हुई है। जिहड़ी इहो जिहियां हैडलाइनस दे नाल खबरां चल रहीआं ने कि इन्हां ने भी मुंडे कहंदे सी रस्ता रोकना ते इन्हां ने रोकण नहीं दित्ता। कुछ सारियां गल्लां ने इन्हां नाल गलबात कर लैंदे हैं। बाई जी पहला तो ये गल दस दो क्योंकि बहुत जे इदां दी गल है कि तुसीं सारे अलग-अलग हो तां बहुत माड़ी गल है। इकट्ठे हो नहीं, देखो ना ਤਾਂ ਅਸੀਂ ਅਲੱਗ-ਅਲੱਗ ਆ, ਵਿਚਾਰਾਂ ਦੇ ਵਖਰੇਵਿਆਂ ਨੂੰ ਅਲੱਗ-ਅਲੱਗ ਨਹੀਂ ਕਿਹਾ ਜਾ ਸਕਦਾ। ਮਕਸਦ ਇੱਕ ਆ ਨਾ, ਵਿਚਾਰਾਂ ਦੇ ਵਖਰੇਵੇਂ ਆ। ਵਿਚਾਰਾਂ ਦੇ ਵਖਰੇਵੇਂ ਤੋਂ ਬਿਨਾ ਇੱਕ ਸਹੀ ਜਾਂ ਵਿਕਸਿਤ ਸਮਾਜ ਸਿਰਜਿਆ ਵੀ ਨਹੀਂ ਜਾ ਸਕਦਾ। ਇਸ ਕਰਕੇ ਇਕੱਠੇ ਅਸੀਂ ਹੋ ਜਾਣਾ ਕਿਉਂਕਿ ਕਈ ਮਜਬੂਰੀਆਂ ਹੁੰਦੀਆਂ ਬਾਕੀ ਬੰਦਿਆਂ ਦੀਆਂ। ਮਜਬੂਰੀਆਂ ਕੀ ਹੁੰਦੀਆਂ ਜ਼ੁਬਾਨਾਂ ਦੇ ਹੀ ਬੈਠੇ ਹੁੰਦੇ ਆ। ਇਸ ਕਰਕੇ ਇਹ ਨਹੀਂ ਆ ਵੀ ਅਲੱਗ-ਅਲੱਗ ਆ। ਵਿਚਾਰਾਂ ਦੇ ਵਖਰੇਵਿਆਂ ਨੂੰ ਸਨਮਾਨ ਦਿਓ, ਸਪੇਸ ਦਿਓ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਹਦੇ ਤੇ ਜੱਜਮੈਂਟਸ ਨਹੀਂ ਅਸੀਂ ਲੈ ਸਕਦੇ। ਉਹਨਾਂ ਤੇ ਅਸੀਂ ਇਹ ਨਹੀਂ ਕਰ ਸਕਦੇ ਵੀ ਫਲਾਨਾ ਬੰਦਾ ਮਾੜਾ ਤੇ ਮੈਂ ਚੰਗਾ ਜਾਂ ਮੈਂ ਮਾੜਾ ਉਹ ਚੰਗਾ। ਇਹ ਕਦੇ ਨਹੀਂ ਹੁੰਦਾ ਹਨਾ। ਅੱਛਾ ਬਈ ਅੱਜ ਸਮਾਂ ਦਿਓ, ਸਮੇਂ ਦੇ ਨਾਲ ਹਜੇ ਤਾਂ ਸੰਘਰਸ਼ ਸ਼ੁਰੂ ਹੋਇਆ, ਬਹੁਤ ਕੁਝ ਇਕੱਠਾ ਹੋਣਾ। ਉਹੀ ਤਾਂ ਗੱਲ ਹੈ ਵੀ ਇਹ ਸੰਘਰਸ਼ ਦੇ ਵਿੱਚ ਅਸੀਂ ਤਾਂ ਕਿਤੇ ਇੱਕ ਟੀਚਰ ਨੂੰ ਲੜਨਾ ਸੀ, ਆਪਸ ਵਿੱਚ ਲੜ ਕੇ ਤਾਂ ਔਖਾ ਹੋ ਜਾਂਦਾ ਨਾ। ਅੱਛਾ ਲੋਕਾਂ ਦਾ ਸਵਾਲ ਇਹ ਹੈ, ਵੈਸੇ ਹੋਣੇ ਨਹੀਂ ਚਾਹੀਦੇ ਪਰ ਫਿਰ ਵੀ ਤੁਹਾਡੇ ਕੋਲ ਕਲੀਅਰ ਕਰ ਲੈਂਦੇ ਆ। ਲੋਕ ਸਵਾਲ ਕਰਦੇ ਨੇ ਵੀ ਸ਼ੰਭੂ ਤੇ ਜਿਹੜਾ ਪਿਛਲਾ ਧਰਨਾ ਸੀ ਉਹਦਾ ਤੇ ਅੱਜ ਵਾਲੇ ਧਰਨੇ ਦਾ ਬਹੁਤ ਫਰਕ ਸੀ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਨੇ, ਨੌਜਵਾਨ ਫੋਲੋ ਕਰਦੇ ਨੇ, ਉਹ ਇੱਥੇ ਪਹੁੰਚੇ ਨਹੀਂ। ਤੇ ਕੁਛ ਲੋਕ ਇਹ ਵੀ ਕਹਿ ਰਹੇ ਵੀ ਬਾਈਕਾਟ ਦੀਪ ਸਿੱਧੂ। ਕੁਛ ਇਹੋ ਜਿਹੀ ਤੁਹਾਡੀ ਆਪਸ ਵਿੱਚ ਤਕਰਾਰ ਤਾਂ ਨਹੀਂ ਹੋਗੀ ਨਾ? ਚਲੋ ਵਿਚਾਰਾਂ ਦਾ ਵਿਖਰੇਵਾ ਹੋ ਗਿਆ, ਠੀਕ ਹੈ। ਦੇਖੋ ਉਹ ਪਹੁੰਚੇ ਨਹੀਂ ਤਾਂ ਮੈਨੂੰ ਤਾਂ ਇੰਨਾ ਹੀ ਪਤਾ ਵੀ ਵਿਚਾਰਾਂ ਦਾ ਵਖਰੇਵਾ। ਜੇ ਕੋਈ ਕਹਿ ਰਿਹਾ ਬਾਈਕਾਟ ਦੀਪ ਸਿੱਧੂ ਤਾਂ ਮੈਂ ਉਹਨੂੰ ਵੀ ਮਾਣ ਸਨਮਾਨ ਦਿੰਦਾ। ਕੋਈ ਨਹੀਂ, ਹੌਲੀ ਸਮਾਂ ਬੜਾ ਬਲਵਾਨ ਆ, ਸਮਾਂ ਸਭ ਕੁਝ ਕਲੀਅਰ ਕਰ ਦਿੰਦਾ ਹਨਾ। ਇਹਦਾ ਮੈਂ ਕੋਈ ਬੜਾ ਵੱਡਾ ਜਵਾਬ ਦੇਵਾਂ ਉਹਦਾ ਕੋਈ ਮਤਲਬ ਨਹੀਂ ਆ। ਤੇ ਜੇ ਆਪਾਂ ਕਹੀਏ ਵੀ ਪਹਿਲਾਂ ਤੇ ਇਸ ਧਰਨੇ 'ਚ ਬਹੁਤ ਫਰਕ ਸੀ। ਅੱਜ ਦਾ ਇਕੱਠ ਜਿਹੜਾ ਸੀ ਉਹਦੇ 'ਚ ਜਜ਼ਬਾ ਪਹਿਲਾਂ ਨਾਲੋਂ ਜ਼ਿਆਦਾ ਸੀ। ਅੱਜ ਦੇ ਇਕੱਠ 'ਚ ਉਹ ਜਿਹੜੀ ਸੇਧ ਦੇਣ ਵਾਲੀ ਸਮਝ ਆ ਜਾਂ ਕਿਸੇ ਸਾਡੇ ਹੁਣ ਇਦੋਂ ਅਗਲੇ ਕੰਸਰਨ ਕੀ ਹੋਣੇ ਚਾਹੀਦੇ ਆ ਉਹਦੀ ਸਮਝ ਬਹੁਤ ਵੱਡੀ ਸੀ। ਅੱਜ ਦੇ ਬੁਲਾਰੇ ਬਹੁਤ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਸੰਘਰਸ਼ ਲੜਿਆ, ਜ਼ਿੰਦਗੀਆਂ ਦਿੱਤੀਆਂ, ਉਹ ਸੀਗੇ ਹਨਾ। ਇਸ ਕਰਕੇ ਤੇ ਇਕੱਠ ਪਹਿਲਾਂ ਨਾਲੋਂ ਵੀ ਵੱਧ ਹੋਇਆ ਸੀ। ਹੁਣ ਕਿਉਂ ਹੋਇਆ ਸੀ? ਗੱਲ ਇਕੱਠ ਦੀ ਵੀ ਨਹੀਂ ਹੁੰਦੀ। ਆਪਾਂ ਤਾਂ ਇਕੱਠ ਤੋਂ ਕੀ ਲੈਣਾ, ਪਰ ਤਾਂ ਮੁੱਦਾ ਕਿਸਾਨੀ ਦਾ। ਨਹੀਂ, ਗੱਲ ਇਕੱਠ ਦੀ ਵੀ ਨਹੀਂ ਹੁੰਦੀ ਪਰ ਗੱਲ ਜਾਗਦੀ ਜ਼ਮੀਰਾਂ ਦੀ ਹੁੰਦੀ ਆ। ਗੱਲ ਉਹ ਜਾਗਦੀਆਂ ਰੂਹਾਂ ਦੀ ਹੁੰਦੀ ਆ। ਹਾਂ, ਉਹ ਕੁਛ ਕੁ ਹੋਣ ਤੇ ਇੰਨੀਆਂ ਜਦੋਂ ਜਾਗਦੀਆਂ ਰੂਹਾਂ ਬੈਠੀਆਂ ਹੋਣ ਤੁਹਾਡਾ ਹੌਸਲਾ ਕਿੱਥੇ ਜਾਂਦਾ ਹਨਾ। ਇਹ ਗੱਲ ਇਹ ਸਾਡਾ ਜਿਹੜਾ ਇਹ ਆਸ ਪੰਜਾਬ ਨੂੰ ਦਿਖੀ ਆ, ਜਿਹੜਾ ਹੌਸਲਾ ਸਾਡਾ ਆ ਕੇ ਉਹਨਾਂ ਨੇ ਵਧਾਇਆ, ਹੱਲਾਸ਼ੇਰੀ ਸਾਨੂੰ ਦਿੱਤੀ ਆ, ਬਾਕਮਾਲ ਆ ਬਾਈ। ਮੈਂ ਸਜਦਾ ਕਰਦਾ ਉਹਨਾਂ ਰੂਹਾਂ ਨੂੰ।
ਅੱਛਾ ਬਈ ਕਹਿੰਦੇ ਨੇ ਵੀ ਦੀਪ ਸਿੱਧੂ ਦੀ ਅੱਜ ਮੁੰਡਿਆਂ ਨਾਲ ਝੜਪ ਹੋ ਗਈ, ਮੁੰਡੇ ਕਹਿੰਦੇ ਸੀ ਵੀ ਅਸੀਂ ਰਾਹ ਰੋਕਣਾ ਹੈ ਤੇ ਦੀਪ ਸਿੱਧੂ ਕਹਿੰਦਾ ਪੁਲਿਸ ਦੇ ਨਾਲ ਦੀਪ ਸਿੱਧੂ ਆਇਆ ਤੇ ਕਹਿੰਦਾ ਵੀ ਨਹੀਂ ਨਹੀਂ ਰਾਹ ਨਹੀਂ ਰੋਕਣਾ। ਮੀਡੀਆ ਹਾਊਸਿਸ ਖਬਰ ਫੈਲਾ ਰਹੇ ਨੇ ਕਿ ਥੋੜੀ ਝੜਪ ਹੋ ਗਈ, ਕੀ ਹੋਇਆ ਇਹੋ ਜਿਹਾ ਕੁਝ? ਦੇਖੋ ਮੀਡੀਆ ਹਾਊਸਿਸ ਨੇ ਕੋਈ ਖਬਰ ਵੇਚਣੀ ਵੀ ਹੁੰਦੀ ਆ ਹਨਾ, ਉਹਨਾਂ ਨੂੰ ਕਹੋ ਅੰਦਰ ਦੀ ਖਬਰ ਚਲਾ ਕੇ ਤਾਂ ਦੇਖਣ ਜਾਂ ਦਿਖਾਉਣ, ਆਪ ਨਾ ਬੋਲਣ। ਉਹ ਝੜਪ ਉਹਨਾਂ ਨੇ ਪੂਰੀ ਕਵਰ ਕੀਤੀ ਆ, ਕੋਈ ਝੜਪ ਨਹੀਂ ਹੋਈ। ਸਾਰੇ ਮੁੰਡੇ ਜਿਹੜੇ ਆਏ ਸੀ ਉਹ ਬੜੇ ਤਰੀਕੇ ਸਲੀਕੇ ਨਾਲ ਮੇਰੇ ਨਾਲ ਗੱਲ ਕਰ ਰਹੇ ਸੀ ਔਰ ਇਹ ਕਹਿ ਰਹੇ ਸੀ ਬਾਈ ਤੇਰੀ ਖਾਤਰ ਆਏ ਆ ਤੇ ਆਪਾਂ ਰਾਹ ਰੋਕੀਏ। ਹੁਣ ਜੇ ਮੱਥਾ ਲਾਉਣਾ ਦਿੱਲੀ ਨਾਲ ਤਾਂ ਅਸੀਂ ਤਾਂ ਹੁਣ ਮਿੱਥ ਕੇ ਆਏ ਆ ਵੀ ਜੋ ਹੋਊਗਾ ਦੇਖੀ ਜਾਊ। ਤੁਸੀਂ ਬੰਦਿਆਂ ਨੂੰ ਸੱਦਿਆ ਵੀ ਆਏ ਸੀਗਾ ਵੀ ਆਰ ਪਾਰ ਦੀ ਲੜਾਈ ਕਰਨ ਲਈ ਆਇਓ ਤੇ ਮੁੰਡੇ ਆਏ ਰਾਹ ਰੋਕਿਆ, ਤੁਸੀਂ ਉਹਨਾਂ ਨੂੰ ਰੋਕਿਆ, ਫਿਰ ਤਾਂ ਸ਼ਾਇਦ ਆਰ ਪਾਰ ਦੀ ਲੜਾਈ ਰਾਹ ਰੋਕ ਕੇ ਨਹੀਂ ਹੁੰਦੀ, ਉਹ ਤਾਂ ਅੱਜ ਹੀ ਖਤਮ ਹੋ ਜਾਂਦੀ। ਫਿਰ ਆਰ ਪਾਰ ਦੀ ਕਿੱਥੋਂ ਸੀ ਉਹ? ਸ਼ਾਇਦ ਉਹਨਾਂ ਨੇ ਇਹ ਸੋਚਿਆ ਮੁੰਡਿਆਂ ਨੇ ਵੀ ਅਸੀਂ ਸ਼ਾਇਦ ਸੋਚਣ ਦੀ ਗੱਲ ਨਹੀਂ ਹੁੰਦੀ। ਜੇ ਮੈਨੂੰ ਸੁਣ ਕੇ ਆਏ ਹੋ ਤਾਂ ਮੈਨੂੰ ਸੁਣੋ ਤਾਂ ਸਹੀ। ਆਰ ਪਾਰ ਦੀ ਲੜਾਈ ਇਹ ਆ, ਇੱਥੋਂ ਇੱਕ ਸਿੰਬੋਲਿਕ ਤੌਰ ਤੇ ਅਸੀਂ ਮੋਰਚਾ ਆਰੰਭ ਕਰਤਾ ਜਿੱਥੋਂ ਆਪਦੀ ਸੋਚ ਅਸੀਂ ਪੰਜਾਬ 'ਚ ਫੈਲਾਉਣੀ ਆ। ਅਸੀਂ ਆਪਦਾ ਨੈਰੇਟਿਵ ਦੇਣਾ ਪੰਜਾਬ ਨੂੰ, ਜਿਹੜਾ ਨੈਰੇਟਿਵ ਕਿਸੇ ਪੋਲੀਟੀਕਲ ਪਾਰਟੀ ਨਾਲ, ਜਿਹੜਾ ਨੈਰੇਟਿਵ ਕਿਸੇ ਕਿਸਾਨ ਜਥੇਬੰਦੀ ਦੀ ਸਿਰਫ ਕੁਝ ਮੰਗਾਂ ਤੱਕ ਲਿਮਿਟਿਡ ਨਹੀਂ ਆ। ਉੱਥੇ ਪੰਜਾਬ ਦੇ ਮਸਲਿਆਂ ਦੀ ਗੱਲ ਹੋਊਗੀ, ਇੱਥੇ ਵਿਚਾਰ ਚਰਚਾ ਹਰ ਮਸਲੇ ਦੀ ਹੋਊਗੀ। ਇਸ ਟਾਈਮ ਕਿਸਾਨੀ ਨੂੰ ਤਰਜੀਹ ਦਿੱਤੀ ਜਾਊਗੀ, ਮਜ਼ਦੂਰਾਂ ਦੇ ਹੱਕਾਂ ਨੂੰ ਤਰਜੀਹ ਦਿੱਤੀ ਜਾਊਗੀ। ਇਹ ਗੱਲ ਦਾ ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਨਾਲ ਦੀ ਨਾਲ ਇੱਕ ਮੋਰਚਾ ਇਹ ਵਿੱਢਿਆ, ਇੱਕ ਮੋਰਚਾ ਕਾਨੂੰਨੀ ਲੜਾਈ ਦਾ ਵਿੱਢਾਂਗੇ, ਇੱਕ ਲਾਮਬੰਦੀ ਦਾ ਮੋਰਚਾ ਵਿੱਢਾਂਗੇ। ਆਰ ਪਾਰ ਲੜਾਈ ਕੀ ਹੁੰਦੀ ਆ? ਦੇਖੋ ਜਿੱਦਾਂ ਬੰਦਾ ਸਿੰਘ ਬਹਾਦਰ ਪੰਜਾਬ ਆਏ, ਮਕਸਦ ਕੀ ਸੀ? ਸਰਹੰਦ ਨੂੰ ਜਿੱਤਣਾ। ਸੂਬਾ ਸਰਹੰਦ ਉਸ ਵੇਲੇ ਬਹੁਤ ਵੱਡੀ ਤਾਕਤ ਸੀ ਔਰ ਬਹੁਤ ਲੋਕ ਉਹਨਾਂ ਨੇ ਕੀ ਪਹਿਲਾਂ ਛੋਟੀਆਂ ਲੜਾਈਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਜਿੱਤਾਂ ਪ੍ਰਾਪਤ ਕੀਤੀਆਂ। ਬਹੁਤ ਲੋਕ ਇਹਨਾਂ ਨੂੰ ਇਹ ਕਹਿੰਦੇ ਰਹੇ ਵੀ ਸਰਹੰਦ ਚੱਲੋ, ਸਰਹੰਦ ਨਾਲ ਲੜਾਈ ਲੜਦੇ ਆ ਸਿੱਧੀ। ਉਹ ਕਹਿੰਦੇ ਸਰਹੰਦ ਨਾਲ ਜੇ ਮੈਂ ਲੜਾਈ ਉਦੋਂ ਹੀ ਲੜੂੰਗਾ ਜਿੱਦਾਂ ਤਿਆਰੀ ਕਰਕੇ ਮੈਂ ਜਿੱਤ ਸਕਦਾ ਹੋਇਆ, ਮੇਰੇ 'ਚ ਇਹ ਪੂਰੀ ਦ੍ਰਿੜਤਾ ਹੋਈ ਵੀ ਮੈਂ ਹੁਣ ਜਿੱਤ ਜੂੰਗਾ। ਤੇ ਜੇ ਮੈਂ ਲੜਾਈ ਸਰਹੰਦ ਨਾਲ ਹਾਰ ਗਿਆ, ਮੇਰੀ ਜਿਹੜੀ ਇੱਕ ਬਿਰਤਾਂਤ ਆ, ਇੱਕ ਨੈਰੇਟਿਵ ਰਚਿਆ ਜਾਣਾ ਵੀ ਮੈਂ ਛੋਟੀਆਂ ਲੜਾਈਆਂ ਬੈਟਲਸ ਜਿੱਤ ਗਿਆ ਤੇ ਵਾਰ ਹਾਰ ਗਿਆ। ਬਈ ਫਿਰ ਤੁਹਾਡੀਆਂ ਛੋਟੀਆਂ ਲੜਾਈਆਂ ਦੇ ਵਿੱਚ ਇਹ ਆਪਸੀ ਲੜਾਈਆਂ ਜਿਹੜੀਆਂ ਹੋ ਰਹੀਆਂ ਖਰਾਬ ਨਹੀਂ ਕਰਨਗੀਆਂ? ਅੱਛਾ ਇੱਕ ਗੱਲ ਕਲੀਅਰ ਕਰੋ ਵੀ ਕਹਿੰਦੇ ਨੇ ਕਿਹੜੇ ਗਵਈਏ ਜਿਹਨਾਂ ਨੂੰ ਤੁਸੀਂ ਗਾਇਕ ਨੇ ਜਿਹੜੇ ਉਹ ਗਵਈਏ ਕਹਿੰਦੇ ਤੁਹਾਡੇ ਨਾਲ ਨਹੀਂ ਹੈਗੇ ਇਸ ਟਾਈਮ। ਮੁੰਡੇ ਇਹ ਪੁੱਛਦੇ ਨੇ ਵੀ ਦੀਪ ਸਿੱਧੂ ਦਾ ਵੀ ਜੇ ਅਗਰ ਟੀਚਾ ਸਿੱਧਾ ਸੀ ਤਾਂ ਕੁਛ ਨਾ ਕੁਛ ਜਿੱਦ, ਕਿਉਂਕਿ ਲੋਕਾਂ ਦਾ ਮਕਸਦ ਇਹ ਹੈ ਵੀ ਤੁਸੀਂ ਜਿੱਦਾਂ ਦੇ ਵਿੱਚ ਕਿਤੇ ਉਹ ਕੰਮ ਨਾ ਹੋ ਜੇ ਵੀ ਆਪਣਾ ਕਿਤੇ ਸੰਘਰਸ਼ ਢਿੱਲਾ ਪੈ ਜੇ। ਨਹੀਂ ਪੈਂਦਾ, ਨਾ ਹੀ ਉਹ ਵਖਰੇਵੇਂ ਇੱਥੋਂ ਤੱਕ ਜਾਣਗੇ। ਜਿਹੜੇ ਸਾਡੇ ਸਾਰੇ ਸਿੰਗਰ ਲੌਬੀ ਸਾਰੇ ਭਰਾ ਉਹ ਇਕੱਠੇ ਹੀ ਆ। ਮੈਨੂੰ ਬਹੁਤਾਂ ਦੇ ਫੋਨ ਆ ਗਏ ਵਿੱਚੋਂ, ਮੈਂ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਧਰਮ ਸੰਕਟ 'ਚ ਨਹੀਂ ਪਾਉਣਾ ਚਾਹੁੰਦਾ, ਤੁਸੀਂ ਨਾ ਆਇਓ। ਇਸ ਗੱਲ ਕਰਕੇ ਇਹ ਨਾ ਹੋਵੇ ਵੀ ਤੁਹਾਡੇ ਬਾਕੀ ਕਿਤੇ ਕੋਈ ਵਿਗਾੜ ਪੈ ਜੇ, ਹਨਾ। ਮੈਂ ਧਰਮ ਸੰਕਟ 'ਚ ਨਹੀਂ ਪਾਉਣਾ ਚਾਹੁੰਦਾ, ਤੁਸੀਂ ਨਾ ਆਇਓ। ਕੱਲ ਤਾਂ ਜਮਾਂ ਹੀ ਨਾ ਆਇਓ, ਆਪਾਂ ਬਾਅਦ 'ਚ ਹੌਲੀ ਤੁਹਾਨੂੰ ਵਿੱਚ ਸ਼ਾਮਲ ਕਰਾਂਗੇ। ਇਸੇ ਤਰ੍ਹਾਂ ਹਰ ਉਸ ਸ਼ਖਸੀਅਤ ਨਾਲ ਜਿਹੜੀ ਪਹਿਲਾਂ ਆਈ ਸੀ ਉਹ ਹੌਲੀ ਇਸ ਸੰਘਰਸ਼ 'ਚ ਤੁਹਾਨੂੰ ਸ਼ਾਮਲ ਹੁੰਦੀ ਦਿਖੂਗੀ। ਇੱਕ ਮੰਚ ਤੇ ਆਉਂਦੇ ਵੀ ਦਿਖਣਗੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਧਰਨਾ ਸੀਗਾ ਉਹ ਇੱਥੇ ਇੱਕੋ ਸ਼ੰਭੂ ਦੇ ਵਿੱਚ ਹੀ ਦੂਜੀ ਜਗ੍ਹਾ ਤੇ ਕਾਤੋਂ ਸੀਗਾ? ਉਹਨਾਂ ਨਾਲ ਤੁਹਾਡੀ ਕੋਈ ਆਪਸੀ ਗੱਲਬਾਤ ਨਹੀਂ ਹੋਈ ਜਾਂ ਕੋਈ ਪਤਾ ਹੀ ਨਹੀਂ ਸੀਗਾ ਵੀ ਇੱਥੇ ਹੋ ਜਾਊਗਾ ਇਸ ਤਰ੍ਹਾਂ? ਮੈਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ, ਨਾ ਹੀ ਉਹਨਾਂ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਆ। ਅੱਛਾ ਉਹ ਮੁੰਡਿਆਂ ਨਾਲ ਫਿਰ ਜਿਹੜੀ ਝੜਪ ਦੀ ਗੱਲ ਦੱਸੀ ਉਹ ਉਹਨਾਂ ਨੂੰ ਮਤਲਬ ਖੁਸ਼ ਹੋ ਕੇ ਗਏ ਨੇ, ਨਿਰਾਸ਼ਾ ਤਾਂ ਨਹੀਂ ਲੈ ਕੇ ਗਏ? ਕਿਉਂਕਿ ਹਰ ਕੋਈ ਬੰਦਾ ਜੇ ਤੁਹਾਨੂੰ ਕੋਈ ਸੁਣ ਕੇ ਆਉਂਦਾ ਤਾਂ ਆਸ ਨਾਲ ਆਉਂਦਾ ਵੀ ਹਾਂ ਇਹ ਦੀਪ ਸਿੱਧੂ ਦੇ ਪਿੱਛੇ ਮਰ ਮਿਟ ਜਾਵਾਂਗੇ। ਜਿਵੇਂ ਹੁਣ ਵੀ ਤੁਹਾਨੂੰ ਕੁਝ ਮੁੰਡੇ ਕਹਿ ਰਹੇ ਸੀ ਤਾਂ ਉਹ ਜਜ਼ਬੇ ਨਾਲ ਆਏ ਨੇ ਘਰਾਂ 'ਚੋਂ ਕੰਮ ਛੱਡ ਕੇ। ਦੇਖੋ ਅਸੀਂ ਅੱਜ ਮੰਨ ਲਓ ਉਹ ਬਹੁਤ ਖੁਸ਼ ਹੋ ਕੇ ਗਏ ਆ। ਮੁੰਡਿਆਂ ਤੋਂ ਪੁੱਛਿਓ, ਤੁਸੀਂ ਮੇਰੇ ਤੋਂ ਨਾ ਪੁੱਛੋ, ਹਨਾ। ਇਹ ਮੁੰਡੇ ਜਵਾਬ ਦੇਣਗੇ। ਦੂਜੀ ਗੱਲ ਬਾਈ, ਉਹਨਾਂ ਤੇ ਕੋਈ ਕੇਸ ਪੈ ਜਾਂਦਾ, ਮੇਰੀ ਰੂਹ ਕਿਵੇਂ ਮੰਨਦੀ? ਮੇਰੇ ਤੇ ਪਵੇ ਨਾ ਯਾਰ। ਉਹਨਾਂ ਤੇ ਬਾਈ ਚਾਂਸ ਕਿਸੇ ਨੂੰ ਸੱਟ ਵੱਜ ਜਾਂਦੀ, ਕਿਸੇ ਦੇ ਸਿਰ 'ਚ ਡਾਂਗ ਵੱਜਦੀ, ਸਿਰ ਖੁੱਲ੍ਹ ਜਾਂਦਾ, ਮੇਰੀ ਰੂਹ ਕਿਵੇਂ ਮੰਨਦੀ, ਹਨਾ। ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ ਮੇਰੀ ਸੀ, ਮੇਰੀ ਆ। ਜੇ ਮੈਂ ਇਹ ਗੱਲ ਨਹੀਂ ਸਮਝਦਾ ਫਿਰ ਮੇਰਾ ਕੋਈ ਫਾਇਦਾ ਨਹੀਂ ਇੱਥੇ ਹੋਣ ਦਾ, ਹਨਾ। ਲੋਕ ਕਹਿ ਦਿੰਦੇ ਅਗਲੀ ਗੱਲ, ਜੇ ਮੈਂ ਸੰਘਰਸ਼ ਕਿਸ ਤਰ੍ਹਾਂ ਲੜੇ ਜਾਂਦੇ ਆ ਇਹ ਗੱਲ ਵੀ ਨਹੀਂ ਸਮਝਦਾ
ਜਿਹੜੀ ਸਾਡੀ ਪਿੱਛੇ ਇੱਕ ਥਿੰਕ ਟੈਂਕ ਬੈਠੇ ਆ, ਪੰਚਾਇਤ ਬੈਠੀ ਆ, ਉਹਨਾਂ ਨੇ ਸਟ੍ਰੈਟਜੀ ਬਣਾਈ ਆ, ਉਹ ਸਟ੍ਰੈਟਜੀ ਮੈਨੂੰ ਦਿੱਤੀ ਆ। ਜੇ ਮੈਂ ਉਹ ਗੱਲ ਨਹੀਂ ਸਮਝਦਾ ਫਿਰ ਇਸ ਸੰਘਰਸ਼ 'ਚ ਆਉਣ ਦਾ ਮੇਰਾ ਵੀ ਕੋਈ ਫਾਇਦਾ ਨਹੀਂ। ਅੱਛਾ ਬਾਈ, ਕੁਛ ਨਾ ਕਿਸੇ ਨੂੰ ਤਾਂ ਫੋਲੋ ਕਰਨਾ ਪਊਗਾ। ਜਿਹੜੀਆਂ 31 ਜਥੇਬੰਦੀਆਂ ਨੇ, ਤੁਸੀਂ ਕਹਿ ਦਿੰਦੇ ਹੋ ਵੀ ਉਹ ਬੰਦਿਆਂ ਨੇ ਬਹੁਤ ਸੰਘਰਸ਼ ਲੜੇ ਆ, ਉਹ ਮਤਲਬ ਉਹ ਹੈ ਮਤਲਬ ਵੀ ਪੁਰਾਣੇ ਟਾਈਪ ਦੇ, ਮਤਲਬ ਵੀ ਇੱਕ ਪਾਸੇ ਤੁਸੀਂ ਕਹਿੰਦੇ ਵੀ ਉਹ ਬਹੁਤ ਐਕਸਪੀਰੀਅੰਸ ਵੀ ਨੇ, ਇੱਕ ਉਹਨੂੰ ਤੁਸੀਂ ਕਹਿੰਦੇ ਵੀ ਜਿਹੜਾ ਸੰਘਰਸ਼ ਉਹਨਾਂ ਦਾ ਪੁਰਾਣੇ ਟਾਈਪ ਦਾ ਹੈ ਨਾ, ਪਰ ਇੱਥੇ ਆ ਕੇ ਸ਼ਾਇਦ ਵਖਰੇਵਾਂ ਹੋ ਜਾਂਦਾ, ਪਰ ਫਿਰ ਵੀ ਐਟ ਦ ਐਂਡ ਲੜਾਈ ਤਾਂ ਇੱਕੋ ਜਿਹੀ ਲੜਨੀ ਪੈਣੀ ਹੈ। ਤੇ ਜਿਹੜਾ ਤੁਸੀਂ ਉਹਨਾਂ ਨੂੰ ਫੋਲੋ ਕਰੋਗੇ ਹੁਣ ਕਿ 31 ਜਥੇਬੰਦੀਆਂ ਨਾਲੋਂ ਅਲੱਗ ਹੋ ਗਏ ਤੁਸੀਂ? ਚਲੋ ਜੇ ਸੀਨੀਅਰ ਨੇ, ਜੇ ਤੁਸੀਂ ਕਹਿੰਦੇ ਸੀਨੀਅਰ ਹੋ, ਜੇ ਤੁਹਾਡੇ ਨਾਲ ਥੋੜਾ ਮੋਟਾ ਵਖਰੇਵਾਂ ਹੋ ਗਿਆ, ਤੁਸੀਂ ਆਪ ਜਾ ਕੇ ਉਹਨਾਂ ਨੂੰ ਅਪਰੋਚ ਕਰੋਗੇ ਯਾਰ ਵੀ ਮੇਰੇ ਤੋਂ ਗਲਤੀ ਕਹਿ ਲਓ, ਜਾਂ ਵੀ ਮਤਲਬ ਮੈਂ ਥੋੜਾ ਜਿਹਾ ਅਲੱਗ ਚੱਲ ਗਿਆ, ਤੇ ਜਾਂ ਆਪਾਂ ਨੂੰ ਇਹਨੂੰ ਵਧੀਆ ਤਰੀਕੇ ਨਾਲ ਬਣਾਈਏ? ਕੋਈ ਜਿੱਦ ਤਾਂ ਨਹੀਂ ਰਹੂਗੀ ਨਾ ਤੁਹਾਡੇ ਵੱਲੋਂ? ਜਿੱਦ ਦੇ ਮਾਮਲੇ 'ਚ ਨੁਕਸਾਨ ਤਾਂ ਨਹੀਂ ਹੁੰਦਾ ਨਾ ਕੋਈ? ਨਹੀਂ, ਦੇਖੋ ਪਹਿਲਾਂ ਤਾਂ ਇਹ ਗਲਤੀ ਨਹੀਂ ਆ। ਮੈਂ ਜਿਹੜੀ ਗੱਲ ਅੱਜ ਇੱਕ ਮੋਰਚਾ ਲਾਇਆ, ਗਲਤੀ ਨਹੀਂ ਹਾਂ, ਮੈਂ ਇੱਕ ਗੱਲ ਕਲੀਅਰ ਕਰਦਾ। ਪੰਜਾਬ 'ਚ ਮਿਸਲ ਕਾਲ ਤੋਂ ਲੈ ਕੇ ਅੱਡ-ਅੱਡ ਮੋਰਚਿਆਂ ਤੇ ਲੜਾਈ ਲੜੀ ਜਾਂਦੀ ਰਹੀ ਆ। ਮਕਸਦ ਇੱਕ ਹੁੰਦਾ ਸੀ। ਆਜ਼ਾਦੀ 'ਚ ਅੱਡ-ਅੱਡ ਮੋਰਚਿਆਂ ਤੋਂ ਲੜਾਈ ਲੜਦੇ ਰਹੇ ਆ, ਹਨਾ। ਮਕਸਦ ਇੱਕ ਸੀ। ਬੱਬਰ ਅਲੱਗ ਲੜਦੇ ਸੀ, ਉਸੇ ਤਰ੍ਹਾਂ ਗਦਰੀ ਬਾਬੇ ਅੱਡ ਲੜਦੇ ਸੀ, ਉਸੇ ਤਰ੍ਹਾਂ ਇਨਕਲਾਬੀ ਅੱਡ ਲੜਦੇ ਸੀ, ਨਰਮ ਦਲੀਏ ਅੱਡ ਲੜਦੇ ਸੀ। ਸੋ ਇਹ ਗੱਲ ਨਹੀਂ ਹੁੰਦੀ ਵੀ ਅਸੀਂ ਇਕੱਠੇ ਨਹੀਂ ਆ। ਔਰ ਇਹਦੇ 'ਚ ਜਿੱਦ ਕੁਛ ਨਹੀਂ ਆ। ਮੈਂ ਹੁਣ ਵੀ ਉਹਨਾਂ ਨੂੰ ਮਿਲੂੰਗਾ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆ। ਸਾਡੇ 'ਚ ਮੈਂ ਤੇ ਹਉਮੈ ਜੇ ਆ ਗਈ ਫਿਰ ਖਤਮ ਆ ਸੀ। ਇਸ ਕਰਕੇ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਆ। ਵਖਰੇਵਿਆਂ ਨੂੰ ਸਾਨੂੰ ਆਏ ਨਹੀਂ ਦੇਖਣਾ ਚਾਹੀਦਾ ਪੁਰਾਣੇ ਢੰਗਾਂ ਨੂੰ ਮੈਂ ਪੁਰਾਣੀ ਧਾਰਨਾਵਾਂ ਦਾ ਖੰਡਨ ਕਰਦਾ। ਮੈਂ ਸਾਨੂੰ ਆਏ ਨਹੀਂ ਦੇਖਣਾ ਚਾਹੀਦਾ ਵੀ ਆ ਤਾਂ ਵੱਖ ਤਰ੍ਹਾਂ ਸੋਚਦਾ, ਸਾਡੀ ਹਾਂ 'ਚ ਹਾਂ ਨਹੀਂ ਮਿਲਾਉਂਦਾ, ਵਿਰੋਧੀ ਆ, ਹਨਾ। ਹਾਂ 'ਚ ਹਾਂ ਜੇ ਨਹੀਂ ਕੋਈ ਮਿਲਾਉਂਦਾ ਤੁਹਾਡਾ ਵਿਰੋਧੀ ਨਹੀਂ ਹੁੰਦਾ, ਹਨਾ। ਇਸ ਗੱਲ ਨੂੰ ਜੇ ਅਸੀਂ ਸਮਝਣ ਲੱਗ ਗਏ ਸਾਨੂੰ ਸਿਰ ਜੋੜ ਕੇ ਬੈਠਣਾ ਆ ਜਾਊਗਾ। ਪਰ ਇੱਕ ਲਾਸਟ ਆਖਰੀ ਸਵਾਲ ਹੈ, ਫਿਲਮ ਇੰਡਸਟਰੀ ਦੇ ਵਿੱਚ ਵੀ ਤੇ ਵੈਸੇ ਵੀ ਲੋਕ ਕਹਿ ਦਿੰਦੇ ਆ ਵੀ ਦੀਪ ਸਿੱਧੂ ਆ ਨਾ ਜਿਹੜਾ ਥੋੜਾ ਜਿੱਦੀ ਹੈ, ਸ਼ਾਇਦ ਤਾਂ ਮੈਂ ਤੁਹਾਨੂੰ ਇਹ ਸਵਾਲ ਕੀਤਾ ਵੀ ਕਿਤੇ ਲੋਕਾਂ ਦੀ, ਕਿਉਂਕਿ ਲੋਕਾਂ ਦੀ ਨੌਜਵਾਨਾਂ ਦੀ ਇਹ ਉਮੀਦ ਹੈ, ਇਹ ਆਸ ਹੈ, ਜਿੰਨੇ ਵੀ ਤੁਹਾਡੇ ਪਿੱਛੇ ਆਏ ਜਾਂ ਲੱਖੇ ਸਿਧਾਣੇ ਪਿੱਛੇ ਆਏ ਜਾਂ ਕਿਸੇ ਵੀ ਸਿੰਗਰਸ ਪਿੱਛੇ ਆਏ ਜਾਂ ਕਿਸਾਨੀ ਦੇ ਪਿੱਛੇ ਆਏ, ਮੇਨ ਤਾਂ ਮਕਸਦ ਕਿਸਾਨੀ ਦਾ ਸੀ। ਉਹਨਾਂ ਦਾ ਮਕਸਦ ਇਹ ਹੈ ਵੀ ਕਿਤੇ ਅਸੀਂ ਪੁਰਾਣਿਆਂ ਲੜਾਈਆਂ ਵਾਂਗੂ ਕਿਤੇ ਸਾਡਾ ਤੁਹਾਡੀਆਂ ਜ਼ਿੱਦਾਂ ਕਰਕੇ ਸੰਘਰਸ਼ ਨਾ ਹੋ ਜਾਏ, ਤੇ ਇਹੋ ਜਿਹੀ ਸਾਨੂੰ ਉਮੀਦ ਵੀ ਨਹੀਂ ਤੁਹਾਡੇ ਤੋਂ। ਸਾਨੂੰ ਉਮੀਦ ਹੈ ਵੀ ਤੁਸੀਂ ਵਧੀਆ ਸੰਘਰਸ਼ ਲੜੋਗੇ। ਅੱਛਾ, ਇੱਕ ਆਖਰੀ ਸਵਾਲ ਜਿਹੜਾ ਮੈਂ ਗੱਲ ਕਰਨ ਲੱਗਿਆ ਸੀ, ਉਹ ਲੋਕ ਕਹਿੰਦੇ ਨੇ ਵੀ ਤੁਸੀਂ ਜਦੋਂ MSP ਦੀ ਗੱਲ ਤੋਂ ਡਿਨਾਈ ਕਰਦੇ ਹੋ ਜਾਂ ਬਿੱਲ ਦੀ ਗੱਲ ਤੋਂ ਡਿਨਾਈ ਕਰਕੇ ਇਹ ਗੱਲ ਕਰਦੇ ਹੋ ਵੀ ਸਾਰੀ ਹੋਂਦ ਦੀ ਗੱਲ ਕਰਦਾ ਮੈਂ, ਹਨਾ। ਉਹ ਗੱਲ ਤਾਂ ਵੈਸੇ ਸਿਆਣੀ ਹੈ, ਪਰ ਉਹ ਲੋਕ ਉਹਨੂੰ ਸਮਝਣ ਨੂੰ ਤਿਆਰ ਨਹੀਂ ਹੈਗੇ। ਤੁਸੀਂ ਇਹ ਨਹੀਂ, ਤੁਹਾਨੂੰ ਨਹੀਂ ਲੱਗਦਾ ਵੀ ਗੱਲ ਇਕੱਲੀ ਕਿਸਾਨੀ ਬਿੱਲਾਂ ਦੀ ਹੋਵੇ ਤਾਂ ਇੱਕ ਵਾਰੀ ਇਹ ਸੰਘਰਸ਼ ਜਿੱਤ ਲਿਆ ਜਾਵੇ, ਹਨਾ, ਤੇ ਫਿਰ ਸ਼ਾਇਦ ਤੁਸੀਂ ਬਹੁਤ ਸਿਆਣੀ ਗੱਲ ਤੇ ਵੱਡੀ ਗੱਲ ਕਰ ਰਹੇ ਹੋ। ਹਾਂਜੀ, ਮੈਂ ਇਹਦਾ ਜਵਾਬ ਦਿੰਦਾ। ਪਹਿਲਾਂ ਤਾਂ ਮੈਂ ਜਿੱਦ ਦਾ ਜਵਾਬ ਦਿੰਦਾ। ਤੁਸੀਂ ਸੱਚ ਲਈ ਜਿੱਦੀ ਨਹੀਂ ਹੋਵੋਗੇ, ਤੁਸੀਂ ਆਪਦੇ ਲੋਕਾਂ ਲਈ ਜਿੱਦੀ ਨਹੀਂ ਹੋਵੋਗੇ ਕਿ ਲਿਹਾਜ਼ਾਂ ਪਗਾਓਗੇ। ਜਿੱਦੇ ਮੈਂ ਲਿਹਾਜ਼ ਪਗਾਈ ਸੀ, ਜਿੱਦੇ ਮੈਂ ਸਨੀ ਬਾਈ ਨਾਲ ਆ ਕੇ ਖੜ ਗਿਆ ਸੀ, ਲਿਹਾਜ਼ ਹੀ ਪਗਾਈ ਸੀ ਨਾ ਉੱਤੇ। ਮੇਰੇ ਅੱਜ ਤੱਕ ਸਵਾਲ ਕਰਦੇ ਆ, ਅੱਜ ਤੱਕ ਮੈਨੂੰ ਮੇਰੇ ਤੇ ਇਲਜ਼ਾਮ ਲਾਉਣੇ ਆ। ਜੇ ਮੈਂ ਹੁਣ ਸੱਚ ਲਈ ਖੜਾ, ਲੋਕਾਂ ਲਈ ਖੜਾ, ਤੇ ਤੁਸੀਂ ਕਹੋ ਜਿੱਦੀ ਆ। ਜੇ ਮੈਂ ਸਮੁੱਚਤਾ ਦੀ ਗੱਲ ਕਰਦਾ, ਮੈਂ ਇਹ ਕਹਿ ਰਿਹਾ, ਜੇ ਅਸੀਂ ਕੋਈ ਛੋਟੇ ਹਿੱਤਾਂ ਲਈ ਲੜ ਰਹੇ ਹਾਂ ਨਾ, ਛੋਟੀਆਂ ਮੰਗਾਂ ਲਈ ਲੜ ਰਹੇ ਹਾਂ, ਫਿਰ ਜੇ ਅਸੀਂ ਕਹਿ ਰਹੀਏ MSP ਤੇ ਅਸੀਂ ਮੰਡੀ ਬੋਰਡ ਲਈ ਲੜ ਰਹੇ ਹਾਂ, ਤੇ ਉਹ ਤਾਂ ਪਹਿਲਾਂ ਸਾਡੇ ਕੋਲ ਇਹ ਆਰਡੀਨੈਂਸ ਤੋਂ ਸੀਗਾ। ਕਿਸਾਨੀ ਬਹੁਤ ਸੁਧਰੀ ਹੋਈ ਨਹੀਂ ਸੀ, ਮਜ਼ਦੂਰ ਬਹੁਤ ਸੁਧਰੇ ਹੋਏ ਨਹੀਂ ਸੀ। ਇਸ ਕਰਕੇ ਜੜ ਕਿੱਥੇ ਆ? ਮੈਂ ਇਹ ਨਹੀਂ ਕਹਿੰਦਾ ਸਮੁੱਚਤਾ ਦੀ ਗੱਲ ਕਰੋ, ਮੈਂ ਕਹਿੰਦਾ ਇਹ ਕਾਨੂੰਨਾਂ ਦੀ ਜੜ ਵੀ ਪਤਾ ਕਰੋ ਕਿੱਥੇ ਆ। ਜੜ ਨੂੰ ਪੱਟੋ ਤਾਂ ਕਿ ਕੱਲ ਨੂੰ ਹੋਰ ਵੀ ਕੋਈ ਕਾਨੂੰਨ ਨਾ ਆਉਣ। ਅਸੀਂ ਕੀ ਕਰਦੇ ਆ? ਅਸੀਂ ਛੋਟੀਆਂ ਮੰਗਾਂ ਲੈ ਜਾਂਦੇ ਆ, ਉਹਦੇ 'ਚੋਂ ਕੁਛ ਕੁ ਚੀਜ਼ ਮਨਵਾ ਕੇ ਆ ਜਾਂਦੇ ਆ ਵੀ ਕੋਈ ਨਹੀਂ ਯਾਰ, ਬਾਕੀ ਆਪਾਂ ਕੰਪਰੋਮਾਈਜ਼ ਕਰ ਲੈਂਦੇ ਆ, ਇੰਨੀ ਕੁ ਗੱਲ ਲੈ ਆਉਣੇ ਆ। ਪਰ ਉਹਦੇ ਨਾਲ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਜਿਹੜਾ ਇੱਕ ਸਿਸਟਮ ਪੈਦਾ ਕੀਤਾ ਜਾ ਰਿਹਾ ਨਾ ਉਹਦੇ ਪਿੱਛੇ, ਉਹ ਬਹੁਤ ਵੱਡਾ, ਉਹਦਾ ਨੁਕਸਾਨ ਸਾਨੂੰ ਪਿਛਲੇ 17-75 ਸਾਲਾਂ ਤੋਂ ਲਗਾਤਾਰ ਭੁਗਤਣਾ ਪੈ ਰਿਹਾ। ਜੇ ਤੁਸੀਂ ਸੰਪੂਰਨ ਤੌਰ ਤੇ ਉਸ ਸਿਸਟਮ ਦਾ ਖੰਡਨ ਨਹੀਂ ਕਰੋਗੇ, ਉਹਨੂੰ ਨਹੀਂ ਸਮਝੋਗੇ, ਤੁਸੀਂ ਮਸਲਿਆਂ ਦੇ ਉੱਤੇ ਸੰਵਾਦ ਨਹੀਂ ਰਚ ਸਕਦੇ, ਬੈਠ ਹੀ ਨਹੀਂ ਸਕਦੇ, ਤੁਸੀਂ ਸਮਝ ਹੀ ਨਹੀਂ ਪਾਓਗੇ ਗੱਲ ਗਲਤ ਕਿੱਥੇ ਹੋ ਰਹੀ ਆ, ਅਸਲ ਜੜ ਕਿੱਥੇ ਪਈ ਆ। ਜੇ ਅਸੀਂ ਅੱਜ ਛੋਟੀਆਂ ਮੰਗਾਂ ਤੇ ਬਹਿ ਗਏ ਫਿਰ ਨਿਕਲਣਾ, ਫਿਰ ਵੀ ਕੁਝ ਨਹੀਂ ਸਾਡੇ ਕੋਲ। ਤੁਸੀਂ ਹੁਣ ਇੱਥੇ ਤੁਸੀਂ ਇੱਥੇ ਮੋਰਚੇ ਦੇ ਵਿੱਚ ਤੁਸੀਂ ਹੁਣ ਲਗਾਤਾਰ ਬੈਠੋਗੇ, ਮਤਲਬ ਪੱਕਾ ਮੋਰਚਾ ਰਿਹਾ ਕਰੂਗਾ ਇੱਥੇ ਹੁਣ? ਪੱਕਾ ਮੋਰਚਾ ਜੀ,
ਇਹ ਸੰਗਤ ਡਿਸਾਈਡ ਕਰੂਗੀ। ਔਰ ਸਾਡਾ ਪਲਾਨ ਆ ਵੀ ਅਸੀਂ ਡਿਊਟੀਆਂ ਲਾਈਏ, ਜਿਵੇਂ ਜਿਹੜੇ ਰਾਤ ਨੂੰ ਸਾਡੇ ਬੰਦੇ ਸੌਣਗੇ ਉਹ ਰਾਤ ਨੂੰ ਸੁੱਤੇ ਸਵੇਰੇ 7 ਵਜੇ ਆ ਗਏ, ਜਿਹੜੇ ਦੂਜੇ ਬੰਦੇ ਉਹਨਾਂ ਨੇ 7 ਤੋਂ 3 ਡਿਊਟੀ ਦਿੱਤੀ, 3 ਤੋਂ 10 ਫੇਰ ਕਿਸੇ ਨੇ ਦਿੱਤੀ। ਸੋ ਇਸ ਤਰ੍ਹਾਂ ਡਿਊਟੀਆਂ ਲੱਗਣਗੀਆਂ ਤੇ ਮੋਰਚਾ ਪੱਕਾ, ਸਾਡੇ ਸਪੀਕਰ ਵੀ ਆਉਣਗੇ ਤੇ ਅਸੀਂ ਬਹੁਤ ਤਰ੍ਹਾਂ ਦੇ ਭਾਈਚਾਰਿਆਂ, ਹਾਂ ਢਾਡੀ ਤੇ ਸਾਡੇ ਕੀਰਤਨ ਜੱਥੇ ਤੇ ਹੋਰ ਜਿਹੜੇ ਸਾਡੇ ਭਾਈਚਾਰਕ ਸਾਂਝ ਆ, ਜਿਹੜੇ ਭਾਈਚਾਰਿਆਂ ਨਾਲ, ਉਹਨਾਂ ਸਾਰਿਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ ਬੁਲਾਵਾਂਗੇ। ਹਰ ਬੰਦਾ ਆਪਦੀ ਵਿਚਾਰ ਦੇਊਗਾ ਆ ਕੇ, ਤੇ ਇੱਕ ਮੰਚ ਤਿਆਰ ਕੀਤਾ ਜਿੱਥੋਂ ਅਸੀਂ ਕੁਛ ਸਿਰ ਜੋੜ ਕੇ ਬੈਠਣ ਦੀ ਸੋਚ ਕੱਢ ਸਕੀਏ, ਕੋਈ ਨਾ ਕੋਈ ਨੈਰੇਟਿਵ ਪੈਦਾ ਕਰ ਸਕੀਏ। ਬਹੁਤ ਸ਼ੁਕਰੀਆ ਬਾਈ, ਬਹੁਤ ਉਮੀਦ ਹੈ ਤੁਹਾਡੇ ਤੋਂ, ਹਨਾ ਸਾਨੂੰ ਉਮੀਦ ਹੈ ਤੁਸੀਂ ਬਹੁਤ ਚੰਗਾ ਸੰਘਰਸ਼ ਲੜ ਰਹੇ ਹੋ ਤੇ ਅਸੀਂ ਵੀ ਤੁਹਾਡਾ ਇੱਦਾਂ ਸਾਥ ਬਣਾਈ ਰੱਖਾਂਗੇ। ਬਹੁਤ ਸ਼ੁਕਰੀਆ ਜੀ। ਸੋ ਇਹ ਸੰਦੀਪ ਸਿੱਧੂ ਇਹਨਾਂ ਨੇ ਖੰਡਨ ਕੀਤਾ ਉਹਨਾਂ ਗੱਲਾਂ ਦਾ ਵੀ ਅਸੀਂ ਸਾਰੇ ਇਕੱਠੇ ਹਾਂ। ਸੋ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਨੇ ਕੁਛ ਦਿਨਾਂ ਤੋਂ, 2-3 ਦਿਨਾਂ ਤੋਂ, ਵੀ ਇਹ ਆਪਸ 'ਚ ਲੜਾਈਆਂ ਨੇ, ਇਹ ਨੇ, ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਸਾਡੀ ਵੀ ਜਿੰਦਾਬਾਦ ਚੈਨਲ ਵੱਲੋਂ ਨੌਜਵਾਨਾਂ ਨੂੰ ਅਪੀਲ ਹੈ ਕਿ ਇਹਨਾਂ ਗੱਲਾਂ ਨੂੰ ਛੱਡ ਕੇ ਆਓ ਅਸੀਂ ਇੱਕ ਸੰਘਰਸ਼ ਦਾ ਹਿੱਸਾ ਬਣੀਏ ਤੇ ਜਿਹੜੀਆਂ ਆਪਸ 'ਚ ਲੜਾਈਆਂ ਨੇ ਇਹਨਾਂ ਨੂੰ, ਇੱਕ ਸਿੰਗਰਸ ਨੂੰ ਵੀ ਅਪੀਲ ਹੈ ਵੀ ਆਪਸ ਦੇ ਵਿੱਚ ਆਪਣੀ ਈਗੋ ਨੂੰ ਲੈ ਕੇ ਜਾਂ ਜ਼ਿੱਦ ਨੂੰ ਲੈ ਕੇ ਲੜਾਈਆਂ ਛੱਡ ਕੇ ਇਸ ਸੰਘਰਸ਼ ਲਈ ਲੜੀਏ, ਕਿਸਾਨਾਂ ਦੇ ਲਈ ਲੜੀਏ ਤੇ ਜਿਹੜਾ ਕਾਲਾ ਕਾਨੂੰਨ ਆਇਆ ਉਹਨੂੰ ਵਾਪਸ ਭੇਜਣ ਦੇ ਲਈ ਸੰਘਰਸ਼ ਕਰੀਏ।